ਸਤਿ ਸ਼੍ਰੀ ਅਕਾਲ ਜੀ। ਫੇਸਬੁੱਕ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ। ਪਹਿਲਾ ਸੁਨੇਹਾ ਡਾਇਰੈਕਟ ਮੀਟ ਨਾਲ ਸੰਬੰਧਿਤ ਜੋ ਇਸ ਵਾਰ ਰੱਖੀ ਹੈ ਜੀ ਖੰਨਾ ਆਫਿਸ 10 ਤਰੀਕ ਦਿਨ ਮੰਗਲਵਾਰ ਬਣਦਾ ਜੀ। ਖੰਨਾ ਆਫਿਸ GTB ਮਾਰਕੀਟ ਦੇ ਵਿੱਚ ਹੈ ਜੀ ਆਪਣਾ, ਤੇ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਆਪਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ। ਸਟੂਡੈਂਟ ਵੀਜ਼ਾ, ਓਪਨ ਵਰਕ ਪਰਮਿਟ, ਜਿਹੜੇ ਸਟੂਡੈਂਟ ਕੇਸ ਅਪਲਾਈ ਕਰਨਾ ਚਾਹੁੰਦੇ ਨੇ ਜਨਵਰੀ ਸੈਸ਼ਨ ਜਾਂ ਮਈ ਸੈਸ਼ਨ, ਕੁਝ ਸੀਟਸ ਸਟਿਲ ਅਵੇਲੇਬਲ ਨੇ ਜਨਵਰੀ ਸੈਸ਼ਨ ਨੂੰ ਲੈ ਕੇ। ਜੇ ਤੁਸੀਂ ਆ ਕੇ ਮਿਲਣਾ ਚਾਹੁੰਦੇ ਹੋ ਮਿਲ ਸਕਦੇ ਹੋ, ਪਰ ਬੇਨਤੀ ਆ ਕਿ ਆਪਦੇ ਅਕੈਡਮਿਕ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ। ਕੇਸ ਦੀ ਅਸੈਸਮੈਂਟ ਆ ਜੋ ਔਨ ਸਪੌਟ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਤੁਹਾਡੇ ਪ੍ਰੋਫਾਈਲ ਦੀ ਇਨਫੋਰਮੇਸ਼ਨ, ਤੁਹਾਡੇ ਪ੍ਰੋਫਾਈਲ ਮੇਰੇ ਸਾਹਮਣੇ ਹੋਣਾ ਬੜਾ ਜ਼ਰੂਰੀ ਹੁੰਦਾ। ਸੋ ਪਲੀਜ਼ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ, ਸਟੂਡੈਂਟ ਵੀਜ਼ਾ ਵਾਲੇ ਕੈਂਡੀਡੇਟ ਆਪਦੀ ਐਕੂਰੇਟ ਇਨਫੋਰਮੇਸ਼ਨ ਨਾਲ ਕੈਰੀ ਕਰਨੀ ਆ ਤਾਂ ਜੋ ਤੁਹਾਡੇ ਕੇਸ ਦੀ ਸਹੀ ਜਾਣਕਾਰੀ, ਸਟੀਕ ਜਾਣਕਾਰੀ ਔਨ ਸਪੌਟ ਪ੍ਰੋਵਾਈਡ ਕਰ ਸਕਾਂ। ਅਗਲੀ ਗੱਲ ਮੈਂ ਕਰਨ ਜਾ ਰਿਹਾ ਕਿ ਇਸ ਵਕਤ ਰਿਫਿਊਜ਼ਲਸ ਨੂੰ ਲੈ ਕੇ, ਓਪਨ ਵਰਕ ਪਰਮਿਟ ਦੀਆਂ ਰਿਫਿਊਜ਼ਲਸ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਜੀ ਪੰਜਾਬ ਦੇ ਵਿੱਚ, ਪੰਜਾਬ ਦੇ ਏਜੰਟਸ ਦੇ ਵਿੱਚ, ਕੈਂਡੀਡੇਟਸ ਦੇ ਵਿੱਚ। ਐਵਰੀ ਡੇ ਏਜੰਟਸ ਮੈਨੂੰ ਕੰਟੈਕਟ ਕਰਦੇ ਨੇ, ਪੁੱਛਦੇ ਨੇ ਜੀ ਕੀ ਸਕਸੈਸ ਰੇਸ਼ੋ ਚੱਲ ਰਹੀ ਆ। ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਨੇ। ਸਕਸੈਸ ਰੇਸ਼ੋ ਬਹੁਤ ਘਟੀ ਹੋਈ ਹੈ ਜੀ, ਰਿਫਿਊਜ਼ਲ ਰੇਸ਼ੋ ਕਾਫੀ ਜ਼ਿਆਦਾ ਵੱਧ ਚੁੱਕੀ ਆ। ਹੁਣ ਇਹਨਾਂ ਦੇ ਕਾਰਨਾਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਪਹਿਲਾ ਕਾਰਨ ਅਨਪ੍ਰੋਫੈਸ਼ਨਲਿਜ਼ਮ, ਜਿਹੜੀ ਸਾਡੇ ਮੇਰੇ ਵੀਰ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ, ਜਦੋਂ ਅਸੀਂ ਕੇਸ ਅਪਲਾਈ ਕਰਦੇ ਹਾਂ, ਜਦੋਂ ਕਿਸੇ ਵੀ ਕੈਟਾਗਰੀ ਅੰਡਰ ਕੈਨੇਡੀਅਨ ਜਾਂ ਕੋਈ ਵੀ ਹਾਈ ਕਮਿਸ਼ਨ ਵੀਜ਼ਾ ਦੇਣੇ ਸ਼ੁਰੂ ਕਰਦਾ ਤਾਂ ਉਦੋਂ ਅਸੀਂ ਧੜਾ ਕੇਸ ਅਪਲਾਈ ਕਰਦੇ ਹਾਂ। ਅਸੀਂ ਇਹ ਵੀ ਨਹੀਂ ਦੇਖਦੇ ਕਿ ਕੇਸ ਦੀ ਐਲੀਜੀਬਿਲਿਟੀ ਬਣਦੀ ਵੀ ਆ ਕਿ ਨਹੀਂ ਬਣਦੀ। ਕੁੜੀ ਦਾ ਵੀਜ਼ਾ ਆਇਆ, ਕੁੜੀ ਵਾਲਿਆਂ ਨੇ ਵਿਆਹ ਕੀਤਾ, ਵੀਜ਼ਾ ਆਉਣ ਤੋਂ ਅਗਲੇ ਹਫਤੇ ਕੁੜੀ ਦਾ ਵਿਆਹ ਤੇ ਉਦੋਂ ਅਗਲੇ ਹਫਤੇ ਕੁੜੀ ਕੈਨੇਡਾ, ਤੇ ਅਸੀਂ ਉਹਨਾਂ ਨੂੰ ਮੈਰਿਡ ਸ਼ੋਅ ਕਰਕੇ ਕੇਸ ਅਪਲਾਈ ਕਰਦੇ ਹਾਂ। 205 ਸੈਕਸ਼ਨ ਦੇ ਅੰਡਰ ਕੇਸ ਰਿਫਿਊਜ਼ ਹੋ ਕਿਹਾ ਜਾਂਦਾ। ਅਸੀਂ ਕਹਿੰਦੇ ਹਾਂ ਕਿ ਸਾਡੇ ਤਾਂ ਜੀ ਮੈਰਿਜ ਜੈਨੂਅਨ ਸੀ, ਸਾਡੇ ਕੋਲੇ ਫੋਟੋਆਂ ਸੀ। ਦੇਖੋ, ਜਿਹੜਾ ਇਕੱਠਿਆਂ ਦਾ ਸਮਾਂ ਬਤੀਤ ਕੀਤਾ ਹੋਇਆ, ਜਦੋਂ ਅੰਬੈਸੀ ਇਹ ਦੇਖਦੀ ਆ ਕਿ ਸਿਰਫ ਤੇ ਸਿਰਫ ਵਿਆਹ, ਸਿਰਫ ਤੇ ਸਿਰਫ ਇੱਕ 15 ਦਿਨ ਦਾ ਇਹ ਰਿਲੇਸ਼ਨ ਆ, ਇਹ ਜਿਹੜਾ ਵਿਆਹ ਸੀ, ਤਾਂ ਉਹਦੇ ਵਿੱਚ ਵੱਡੇ ਪੱਧਰ ਤੇ ਰਿਫਿਊਜ਼ਲਸ ਆਈਆਂ। ਜਿਨ੍ਹਾਂ ਦੇ ਵਿਆਹ ਪਹਿਲਾਂ ਹੋਏ ਵੀ ਸੀ, ਉਹਨਾਂ ਦੇ ਏਜੰਟਸ ਵੱਲੋਂ ਇਹ ਕਹਿ ਕੇ ਮੈਰਿਜ ਹਾਈਡ ਕਰ ਦਿੱਤੀ ਗਈ ਕਿ ਜੇ ਸਿੰਗਲ ਦਾ ਕੇਸ ਅਪਲਾਈ ਕਰੋਗੇ ਸਟੂਡੈਂਟ ਵੀਜ਼ਾ ਤਾਂ ਫਿਰ ਜਲਦੀ ਕੇਸ ਨਿਕਲੂਗਾ ਜਾਂ ਸਕਸੈਸ ਰੇਸ਼ੋ ਉਹਦੇ ਵਿੱਚ ਜ਼ਿਆਦਾ ਆ। ਪ੍ਰੋਫਾਈਲ 'ਤੇ ਵਰਕਆਊਟ ਕਰਨ ਦੀ ਬਜਾਏ ਉਹਨਾਂ ਦੇ ਮੈਰੀਟਲ ਸਟੇਟਸ ਦੇ ਉੱਤੇ ਵਰਕਆਊਟ ਕੀਤਾ ਗਿਆ। ਉਸ ਤੋਂ ਬਾਅਦ ਇਹੋ ਜਿਹੇ ਕੇਸ ਅਪਲਾਈ ਕੀਤੇ ਗਏ ਜਿਨ੍ਹਾਂ ਕੇਸਿਸ ਨੂੰ ਰੈਡੀ ਹੀ ਇੱਕ ਆਫਿਸ ਦੇ ਵਿੱਚ ਬੈਠ ਕੇ ਕੀਤਾ ਗਿਆ ਕਿ ਅਸੀਂ ਤੁਹਾਡਾ ਰਿਸ਼ਤੇ ਵੀ ਕਰਾਵਾਂਗੇ ਜੀ, ਪਹਿਲਾਂ ਵਿਆਹ ਕਰਾਵਾਂਗੇ, ਫਿਰ ਅਸੀਂ ਤੁਹਾਡਾ ਕੇਸ ਵੀ ਅਪਲਾਈ ਕਰਾਂਗੇ। ਜਦੋਂ ਇਹੋ ਜਿਹੀਆਂ ਚੀਜ਼ਾਂ ਸਿਸਟਮ ਨੂੰ ਅਬਿਊਜ਼ ਕਰਨਾ ਸ਼ੁਰੂ ਕਰ ਦਿੰਦੀਆਂ ਨੇ, ਫਿਰ ਕਿਤੇ ਨਾ ਕਿਤੇ ਇਹੋ ਜਿਹੀ ਪ੍ਰੋਬਲਮ ਤਾਂ ਫੇਸ ਕਰਨੀ ਹੀ ਪੈਂਦੀ ਆ। ਇੰਨਾ ਕੁ ਗਾਰਬੇਜ ਕੇਸ ਹਾਈ ਕਮਿਸ਼ਨ ਦੇ ਅੰਦਰ ਚਲਿਆ ਗਿਆ ਕਿ ਜਦੋਂ ਅੰਬੈਸੀ ਆਫਿਸਰ ਨੇ ਫਿਰ ਜਦੋਂ ਸਫਾਈ ਕਰਨ ਤੇ ਆਏ ਤਾਂ ਫਿਰ ਨਾਲ ਕੁਝ ਫਿਰ ਚੰਗੇ ਵੀ, ਜਿਵੇਂ ਹੁੰਦੇ ਆਠੇ ਨਾਲ ਪੜੇਥਣ ਦਾ ਫਿਰ ਲੱਗਦਾ ਹੀ ਹੈ ਜੀ, ਫਿਰ ਜਿਹੜੇ ਚੰਗੇ ਕੇਸ ਵੀ ਉਹ ਵੀ ਉਹਨਾਂ ਨੇ ਹੂੰਝ ਕੇ ਰਿਫਿਊਜ਼ਲਸ ਛਾਪ ਕੇ ਪ੍ਰਿੰਟ ਕਰਕੇ ਤੁਹਾਨੂੰ ਵਾਪਸ ਭੇਜ ਦਿੱਤੀਆਂ। ਬਟ ਘਬਰਾਉਣ ਦੀ ਲੋੜ ਨਹੀਂ। ਮੈਂ ਹਮੇਸ਼ਾ ਇੱਕ ਗੱਲ ਰਿਕੁਐਸਟ, ਇੱਕ ਬੇਨਤੀ ਹਮੇਸ਼ਾ ਕਰਦਾ ਹੁੰਦਾ ਕਿ ਦੇਖੋ, ਜਦੋਂ ਅਸੀਂ ਇੱਥੇ ਬੈਠ ਕੇ ਕੰਮ ਕਰਦੇ ਹਾਂ, ਆਫਿਸਿਸ ਖੋਲ੍ਹੇ ਹੋਏ ਨੇ, ਸਾਡਾ ਮੇਨ ਮੋਟੋ ਆ ਪੈਸਾ ਕਮਾਉਣਾ, ਤੇ ਪੈਸਾ ਅਸੀਂ ਕਮਾਉਂਦੇ ਆਪਦੀਆਂ ਸਰਵਿਸਿਜ਼ ਸੇਲ ਕਰਕੇ। ਜਦੋਂ ਪੈਸੇ ਨੂੰ ਕਮਾਉਣ ਦੇ ਤਰੀਕੇ, ਜਦੋਂ ਇੱਥੇ ਇੱਕ ਲਾਈਕ ਸੇਲਸ ਵਧਾਉਣ ਦੇ ਲਈ ਇਹੋ ਜਿਹੇ ਹੱਥ ਕੰਡੇ ਅਪਣਾਏ ਜਾਂਦੇ ਆ ਕਿ ਫੀ ਆਫਟਰ ਵੀਜ਼ਾ, ਸਾਰੇ ਪੈਸੇ ਵੀਜ਼ਾ ਤੋਂ ਬਾਅਦ, ਫ੍ਰੀ ਆਫ ਕਾਸਟ ਕੌਣ ਕੰਮ ਕਰੂਗਾ ਸਰ। ਇਸ ਲਈ ਫਿਰ ਜਦੋਂ ਇੱਕ ਰਿਫਿਊਜ਼ਲ ਆਉਂਦੀ ਆ ਬਿਨਾਂ ਡਿਸਕਲੋਜ਼ਰ ਲਏ ਅੰਬੈਸੀ ਦਾ, ਬਿਨਾਂ ਅੰਬੈਸੀ ਦੇ ਕੇਸ ਅਪਲਾਈ ਕੀਤੇ, ਬਿਨਾਂ ਇਹ ਜਾਣੇ ਕਿ ਐਕਚੁਅਲ ਕਾਰਨ ਕੀ ਆ ਕੇਸ ਰਿਫਿਊਜ਼ ਹੋਏ ਦਾ, ਇੱਕ ਵਾਰੀ ਅਟੈਂਪਟ, 2 ਵਾਰੀ ਅਟੈਂਪਟ, 4 ਰਿਫਿਊਜ਼ਲਸ ਲੈ ਕੇ ਬੱਚੇ ਇੱਕੋ ਕਾਰਨ ਬਾਰ-ਬਾਰ ਲੱਗਦੇ ਨੇ। ਤੇ ਸਟੂਡੈਂਟ ਕੈਂਡੀਡੇਟ ਓਪਨ ਵਰਕ ਪਰਮਿਟ ਦੀਆਂ ਰਿਫਿਊਜ਼ਲਸ ਲੈ ਕੇ ਮੇਰੇ ਕੋਲ ਆਉਂਦੇ ਨੇ, ਤੇ ਮੈਂ ਜਦੋਂ ਪੁੱਛਦਾ ਕਿ ਤੁਸੀਂ ਆਪਦੇ ਕੇਸ ਨਹੀਂ ਅਪਲਾਈ ਕੀਤੇ, ਡਿਸਕਲੋਜ਼ਰ ਨਹੀਂ ਲਿਆ ਅੰਬੈਸੀ ਦਾ, ਵੀ ਕਾਰਨ ਕੀ ਸੀਗਾ। ਰਿਫਿਊਜ਼ਲ ਲੈਟਰ ਤਾਂ ਇੱਕ ਕਾਮਨ ਰਿਫਿਊਜ਼ਲ ਲੈਟਰ ਆ, ਤੁਹਾਨੂੰ ਪੜ੍ਹਨਾ ਚਾਹੀਦਾ ਸੀ। ਨਹੀਂ, ਅਟੈਂਪਟ ਲਈਆਂ ਜਾਂਦੀਆਂ ਨੇ। ਦੋਸਤੋ, ਮੈਂ ਅੱਜ ਤੁਹਾਨੂੰ ਫੇਰ ਕਹਿਣਾ ਕਿ ਸਟੂਡੈਂਟ ਵੀਜ਼ਾ ਦੇ ਵਿੱਚ ਨਾਰਮਲ ਕੇਸ ਹੁੰਦੇ ਨੇ, ਚੱਲ ਜਾਂਦਾ, ਪਰ ਓਪਨ ਵਰਕ ਪਰਮਿਟ ਇਹੋ ਜਿਹੇ ਜਿਹੜੇ ਕੰਪਲੀਕੇਟਡ ਕੇਸਿਸ ਹੁੰਦੇ ਨੇ, ਜਿਹੜੇ ਡਿਪੈਂਡੈਂਟ ਵੀਜ਼ਾਸ ਨੇ, ਜਿਨ੍ਹਾਂ ਦਾ ਕੇਸ ਦਾ ਮੇਨ ਬੇਸ ਹੀ ਰਿਲੇਸ਼ਨਸ਼ਿਪ ਆ, ਉਹਨਾਂ ਆਪਾਂ ਕਈ ਪਹਿਲੂਆਂ 'ਤੇ ਵਰਕਆਊਟ ਕਰਕੇ ਆਪਾਂ ਕੇਸ ਅਪਲਾਈ ਕਰਨਾ ਹੁੰਦਾ। ਕਾਰਨ ਕੀ ਹੈ, ਸਾਡਾ ਤਾਂ ਜਿਹੜਾ
ਸਾਡੀ ਜਿਹੜੀ ਸਟੇਟ ਆ, ਸਾਡਾ ਜਿਹੜਾ ਏਰੀਆ ਵਾ, ਇਹ ਤਾਂ ਪਹਿਲਾਂ ਹੀ ਮੈਰਿਜ ਦੇ ਕੇਸਿਸ ਨੂੰ ਲੈ ਕੇ ਰਿਸਕ ਜ਼ੋਨ ਦੇ ਵਿੱਚ ਰੱਖਿਆ ਗਿਆ ਆ। ਕੈਨੇਡੀਅਨ ਐਮਬੈਸੀ ਨੇ ਸਭ ਤੋਂ ਵੱਧ ਹੁਣ ਤੱਕ ਦੀਆਂ ਫਰਾਡੂਲੈਂਟ ਮੈਰਿਜਸ ਕੈਨੇਡਾ ਪਹੁੰਚਣ ਦੇ ਲਈ ਸਾਡੇ ਏਰੀਏ, ਸਾਡੇ ਜਿਹੜੇ ਇਹ ਖਾਸ ਕਰਕੇ ਸਾਡੀ ਸਟੇਟ ਦੇ ਵਿੱਚ ਹੋਈਆਂ ਨੇ, ਤਾਂ ਉਦੋਂ ਫਿਰ ਉਹ ਜਦੋਂ ਇਹੋ ਜਿਹੇ ਕਿਸੇ ਵੀ ਕੇਸ ਦੇ ਉੱਤੇ ਜਦੋਂ ਐਮਬੈਸੀ ਵਰਕਆਊਟ ਕਰਦੀ ਹੈ ਤਾਂ ਦੇਖਦੀ ਆ ਕਿ ਇਹ ਕਿਹੜੇ ਏਰੀਏ ਵਿੱਚੋਂ ਆਇਆ ਹੋਇਆ ਕੇਸ ਆ, ਤੇ ਫਿਰ ਉੱਥੇ ਫਿਰ ਪੁੱਛ ਪੜਤਾਲ ਤੇ ਉਹਨੂੰ ਰਿਸਕ ਜ਼ੋਨ ਤੇ ਉੱਥੇ ਜਦੋਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਐਮਬੈਸੀ ਦੀ, ਉਹ ਜ਼ਿਆਦਾ ਸਟ੍ਰਿਕਟ ਹੋ ਜਾਂਦੀ ਆ। ਪਰ ਪਹਿਲਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੇਸ ਅਪਲਾਈ ਕੀਤੇ। ਜਦੋਂ ਲਿਮਿਟਡ ਲੋਕ ਇਹੋ ਜਿਹੇ ਕੇਸ ਅਪਲਾਈ ਕਰਦੇ ਸੀਗੇ ਜਿਹੜੇ ਜਾਣਕਾਰ ਸੀਗੇ ਕਿ ਕੇਸ ਅਪਲਾਈ ਹੁੰਦਾ ਕਿਵੇਂ ਆ, ਉਸ ਤੋਂ ਬਾਅਦ ਫਿਰ ਘਰ ਘਰ ਜਦੋਂ ਓਪਨ ਵਰਕ ਪਰਮਿਟ ਦੇ ਕੇਸ ਅਪਲਾਈ ਹੋਣ ਲੱਗ ਗਏ, ਨਵੀਆਂ ਸਕੀਮਾਂ ਮਾਰਕੀਟ ਦੇ ਵਿੱਚ ਆ ਗਈਆਂ, ਫਿਰ ਤਾਂ ਕੰਮ ਗੰਧਲਾ ਹੋਣਾ ਹੀ ਸੀ। ਹੁਣ ਉਹ ਹੋਇਆ ਥੋੜ੍ਹਾ ਜਿਹਾ, ਤਾਂ ਹੁਣ ਉਹਦਾ ਖਮਿਆਜ਼ਾ ਆਪਾਂ ਸਾਰੇ ਰਲ ਮਿਲ ਕੇ ਭੁਗਤਾਂਗੇ, ਅਸੀਂ ਵੀ ਭੁਗਤਾਂਗੇ, ਕੈਂਡੀਡੇਟ ਵੀ ਭੁਗਤਣਗੇ। ਤੇ ਪਰ ਘਬਰਾਉਣ ਦੀ ਲੋੜ ਨਹੀਂ ਆ। ਮੈਂ ਇਹੀ ਕਹੂੰਗਾ ਕਿ ਜਦੋਂ ਵੀ ਹੁਣ ਤੁਸੀਂ ਆਪਦਾ ਕੇਸ ਅਪਲਾਈ ਕਰਨਾ ਹੈ, ਬੜਾ ਹੀ ਸੁਹਿਰਦ ਹੋ ਕੇ, ਵਾਚ ਕੇ, ਧਿਆਨ ਦੇ ਕੇ, ਪੈਸੇ ਦੀ ਗੱਲ ਨਾ ਕਰਿਆ ਕਰੋ ਕਿਸੇ ਆਫਿਸ ਦੇ ਵਿੱਚ ਜਾ ਕੇ ਕਿ ਪੈਸਾ ਬਾਅਦ 'ਚ ਲਓਗੇ ਜਾਂ ਪਹਿਲਾਂ ਲਓਗੇ। ਪਹਿਲਾਂ ਜਾ ਕੇ ਜਾਣਕਾਰੀ ਦੇ ਉੱਤੇ ਵਰਕਆਊਟ ਕਰਿਆ ਕਰੋ ਕਿ ਜੋ ਮੇਰਾ ਕੇਸ ਅਪਲਾਈ ਕਰਨ ਜਾ ਰਿਹਾ ਕਿ ਉਹਨੂੰ ਕੁਛ ਨੌਲੇਜ ਵੀ ਹੈ। ਪਹਿਲੀ ਚੀਜ਼ ਵੇਚੀ ਹੋਈ ਸਾਡੇ ਪੰਜਾਬ ਦੇ ਵਿੱਚ ਨੌਲੇਜ ਤਾਂ ਸੇਲ ਹੀ ਨਹੀਂ ਨਾ ਹੁੰਦੀ। ਨੌਲੇਜ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦਾ, ਇਨਫੋਰਮੇਸ਼ਨ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦਾ। ਗੱਲ ਹੀ ਪੈਕੇਜ ਸੇਲ ਕੀਤੇ ਜਾਂਦੇ ਨੇ, ਵੀਜ਼ਾ ਤੋਂ ਬਾਅਦ ਪੈਸੇ, ਫੀਸਾਂ ਅਸੀਂ ਭਰ ਦਾਂਗੇ, ਐਮਬੈਸੀ ਫੀਸ ਵੀ ਅਸੀਂ ਦੇਵਾਂਗੇ। ਇਹ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਪ੍ਰੋਫੈਸ਼ਨਲ ਐਡਵਾਈਸ ਹਮੇਸ਼ਾ ਹੀ ਪੇਡ ਹੁੰਦੀ ਆ, ਐਂਡ ਪ੍ਰੋਫੈਸ਼ਨਲ ਐਡਵਾਈਸ ਹਮੇਸ਼ਾ ਹੀ ਪੇਡ ਹੋਣੀ ਚਾਹੀਦੀ ਆ, ਤਾਂ ਜੋ ਅਸੀਂ ਤੁਹਾਨੂੰ ਆਨਸਰੇਬਲ ਰਹੀਏ ਕਿ ਅਸੀਂ ਤੁਹਾਡਾ ਵਰਕਆਊਟ ਕਰ ਰਹੇ ਹਾਂ ਤੁਹਾਡੇ ਕੇਸ ਦੇ ਉੱਤੇ। ਅਸੀਂ ਤੁਹਾਡੇ ਕੇਸ ਉੱਤੇ ਵਰਕਆਊਟ ਕਿਉਂ ਕਰ ਰਹੇ ਹਾਂ? ਅਸੀਂ ਕੋਈ NGO ਨਹੀਂ ਚਲਾ ਰਹੇ, ਅਸੀਂ ਇੱਕ ਬਿਜ਼ਨਸ ਰਨ ਕਰਦੇ ਹਾਂ, ਪ੍ਰੋਫੈਸ਼ਨਲ ਬਿਜ਼ਨਸ ਰਨ ਹੋ ਰਿਹਾ। ਤੇ ਪ੍ਰੋਫੈਸ਼ਨਲ ਬਿਜ਼ਨਸ ਹਮੇਸ਼ਾ ਹੀ ਪੈਸੇ ਲੈ ਕੇ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸੋ ਦੋਸਤੋ, ਜਿਹੜੇ ਓਪਨ ਵਰਕ ਪਰਮਿਟ ਦੇ ਕੈਂਡੀਡੇਟ ਰੈਗੂਲਰ ਰਿਫਿਊਜ਼ਲਸ ਦਾ ਸਾਹਮਣਾ ਕਰ ਰਹੇ ਨੇ, ਤੁਸੀਂ ਵੀ ਆ ਕੇ ਮਿਲ ਸਕਦੇ ਹੋ, ਪਰ ਪਲੀਜ਼ ਰਿਫਿਊਜ਼ਲ ਲੈਟਰਸ ਨਾਲ ਲੈ ਕੇ ਆਓ। ਐਂਡ ਇੱਕ ਮੇਰੀ ਬੇਨਤੀ ਹੁੰਦੀ ਹੈ ਕਿ ਰਿਫਿਊਜ਼ਲ ਲੈਟਰਸ ਦੇ ਪ੍ਰਿੰਟ ਕਢਾ ਕੇ ਲੈ ਕੇ ਆਇਓ, ਫੋਨ ਦੇ ਵਿੱਚ ਨਾ ਦਿਖਾਇਆ ਕਰੋ, ਸਮਝ ਨਹੀਂ ਆਉਂਦੀ, ਪੜ੍ਹੀ ਨਹੀਂ ਜਾਂਦੀ। ਜੇ ਕੇਪ ਸਪਲਾਈ ਕੀਤੇ ਹੋਏ ਨੇ, ਨਿਕਲੇ ਹੋਏ ਨੇ ਤੁਹਾਡੇ, ਉਹ ਵੀ ਪ੍ਰਿੰਟ ਆਊਟ ਕਢਾ ਕੇ ਲੈ ਕੇ ਆਇਓ। ਸੋ 10 ਤਰੀਕ ਦਿਨ ਮੰਗਲਵਾਰ ਖੰਨਾ ਆਫਿਸ GTB ਮਾਰਕੀਟ ਦੇ ਵਿੱਚ ਆਪਾਂ ਮਿਲਦੇ ਹਾਂ ਜੀ, ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ। ਧੰਨਵਾਦ।